ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਲਾਹੌਰ ਦੀ ਸੰਗਤ, ਜਾਂ ਇਉਂ ਕਹਿ ਲਈਏ ਸਤਿਗੁਰੂ ਜੀ ਦੇ ਪਰਿਵਾਰ ਦੇ ਵਿੱਚੋਂ ਕੁਝ ਸੰਗਤ ਲਾਹੌਰ ਦੇ ਵਿੱਚੋਂ ਆਈ ਹੈ, ਜੋ ਰਿਸ਼ਤੇ ਵਿੱਚ ਵੱਡੇ ਭਾਈ ਸਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੰਹਾਰੀ ਮੱਲ ਜੀ। ਉਹਨਾਂ ਦੇ ਇਸ ਪੁੱਤਰ ਦਾ ਵਿਆਹ ਸੀ ਤੇ ਉਹ ਬੇਨਤੀ ਕਰਨ ਵਾਸਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਪਹੁੰਚੇ। ਬੜਾ ਸਤਿਕਾਰ ਉਹਨਾਂ ਦਾ ਕੀਤਾ ਪਾਤਸ਼ਾਹ ਨੇ, ਤੇ ਰਾਤ ਵਿਸ਼ਰਾਮ ਕੀਤਾ। ਅੰਮ੍ਰਿਤ ਵੇਲੇ ਦਾ ਦਰਬਾਰ ਸਜਿਆ। ਸਜੇ ਹੋਏ ਦਰਬਾਰ ਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਸਪੁੱਤਰ ਦਾ ਵਿਆਹ ਹੈ ਜੋ ਰਿਸ਼ਤੇ ਵਿੱਚ ਤੁਹਾਡਾ ਭਤੀਜਾ ਲੱਗਦਾ, ਕਿਰਪਾ ਕਰੋ ਵਿਆਹ ਦੇ ਵਿੱਚ ਆਪ ਜੀ ਪਹੁੰਚੋਗੇ ਤੇ ਮੇਰਾ ਜੋ ਹੈ ਕੁੜਮਚਾਰੀ ਦੇ ਵਿੱਚ ਥੋੜਾ ਮਾਣ ਵਧੇਗਾ। ਤੋ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਕਿ ਜ਼ਰੂਰ ਆਪ ਜੀ ਨੇ ਦਰਸ਼ਨ ਦੇਣੇ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਭਾਈ ਇੱਕ ਤਾਂ ਇੱਥੋਂ ਦਾ ਜੋ ਪ੍ਰਬੰਧ ਹੈ, ਸੇਵਾ ਚੱਲ ਰਹੀ ਹੈ, ਦੂਸਰਾ ਜੇ ਅਸੀਂ ਲਾਹੌਰ ਆਉਂਦੇ ਹਾਂ, ਵਿਆਹ ਦਾ ਸਮਾਗਮ ਹੈ, ਤੇ ਵਿਆਹ ਦੇ ਸਮਾਗਮ ਵਿੱਚ ਜੇ ਸੰਗਤਾਂ ਨੂੰ ਪਤਾ ਲੱਗਿਆ ਤਾਂ ਆਸ-ਪਾਸ ਇਲਾਕੇ ਦੀਆਂ, ਹੋ ਸਕਦਾ ਦੂਰ ਦੁਰੇਡਿਆਂ ਤੋਂ ਵੀ ਬਹੁਤ ਸੰਗਤਾਂ ਦਾ ਇਕੱਠ ਵਿਆਹ ਦੇ ਵਿੱਚ ਹੋ ਜਾਏ। ਇੰਨੀਆਂ ਸੰਗਤਾਂ ਸੰਭਾਲਣੀਆਂ ਵਿਆਹ ਦੇ ਸਮਾਗਮ ਵਿੱਚ ਬੜੀਆਂ ਔਖੀਆਂ ਹੋ ਜਾਣਗੀਆਂ। ਇਸ ਲਈ ਅਸੀਂ ਆਪਣੇ ਪੁੱਤਰਾਂ ਦੇ ਵਿੱਚੋਂ ਕਿਸੇ ਨੂੰ ਭੇਜ ਦਿਆਂਗੇ। ਇਸ ਤਰ੍ਹਾਂ ਨਾਲ ਸਮਝਾ ਕੇ ਉਹਨਾਂ ਨੂੰ ਪੂਰਨ ਸਤਿਕਾਰ ਦੇ ਕੇ ਲਾਹੌਰ ਵਾਪਸ ਭੇਜ ਦਿੱਤਾ ਵੀ ਤੁਸੀਂ ਚੱਲ ਕੇ ਵਿਆਹ ਦੀਆਂ ਤਿਆਰੀਆਂ ਕਰੋ ਤੇ ਸਾਡੇ ਪੁੱਤਰਾਂ ਦੇ ਵਿੱਚੋਂ ਕੋਈ ਨਾ ਕੋਈ ਜ਼ਰੂਰ ਪਹੁੰਚੇਗਾ। ਹੁਣ ਇਹ ਲਾਹੌਰ ਮੁੜ ਗਏ, ਜਾ ਕੇ ਵਿਆਹ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ। ਜਦੋਂ ਵਿਆਹ ਦੇ ਦਿਨ ਥੋੜੇ ਨੇੜੇ ਆਏ ਨਾ, ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਕਹਿਣ ਲੱਗੇ, ਬੇਟਾ ਤੁਸੀਂ ਸਿਆਣੇ ਹੋ, ਤੁਸੀਂ ਸਮਝਦਾਰ ਹੋ, ਇੱਥੋਂ ਦਾ ਕਾਰੋ ਵਿਹਾਰ, ਸੰਗਤਾਂ ਨੂੰ ਸੰਭਾਲਣ ਦਾ ਹੋਰ ਸਾਰਾ ਕੰਮ ਤੁਸੀਂ ਆਪ ਸੰਭਾਲ ਰਹੇ ਹੋ। ਮੈਂ ਚਾਹੁੰਦਾ ਇਸੇ ਤਰ੍ਹਾਂ ਤੁਸੀਂ ਲਾਹੌਰ ਜਾਓ, ਸੰਹਾਰੀ ਮੱਲ ਜੀ ਦੇ ਸਪੁੱਤਰ ਦਾ ਵਿਆਹ ਹੈ, ਉੱਥੇ ਜਾ ਕੇ ਸਾਡੇ ਵੱਲੋਂ ਹਾਜ਼ਰੀ ਲਵਾਓ, ਸਿਆਣੇ ਹੋ ਤੁਸੀਂ। ਤੇ ਜਿੱਦਣ ਤੋਂ ਲਾਹੌਰ ਦੀ ਸੰਗਤ ਨੇ ਆ ਕੇ ਸੰਹਾਰੀ ਮੱਲ ਨੇ ਇਹ ਬੇਨਤੀ ਕੀਤੀ ਸੀ ਨਾ ਵੀ ਤੁਸੀਂ ਆਓ, ਤੇ ਪਾਤਸ਼ਾਹ ਨੇ ਕਿਹਾ ਸੀ ਸਾਡੇ ਪੁੱਤਰਾਂ ਦੇ ਵਿੱਚੋਂ ਕੋਈ ਆਏਗਾ, ਉਦਣ ਤੋਂ ਹੀ ਇਹ ਵਿਉਂਤਾਂ ਬਣਾਉਣ ਲੱਗ ਪਿਆ ਵੀ ਕਿਤੇ ਉਹ ਨਾ ਹੋਵੇ ਵੀ ਮੈਨੂੰ ਲਾਹੌਰ ਭੇਜ ਦੇਣ ਤੇ ਪਿੱਛੋਂ ਗੁਰਤਾ ਗੱਦੀ ਅਰਜਨ ਦੇਵ ਨੂੰ ਮਿਲ ਜਾਏ। ਕਿਉਂਕਿ ਮਨ ਦੇ ਵਿੱਚ ਜੈਸੀ ਸੋਚ ਹੁੰਦੀ ਹੈ ਨਾ ਬੰਦੇ ਦੀ, ਜੈਸਾ ਮਨ ਹੁੰਦਾ ਹੈ, ਕੁਦਰਤੀ ਗੱਲ ਹੈ, ਉਹ ਸੋਚਾਂ ਦਿਮਾਗ ਵਿੱਚ ਚੱਲਣ ਲੱਗ ਪੈਂਦੀਆਂ। ਪਹਿਲਾਂ ਹੀ ਮਨ ਵਿੱਚ ਜ਼ਿਕਰ ਆਉਂਦਾ ਇਤਿਹਾਸ ਵਿੱਚ, ਇਹ ਮਾਇਆ ਨਾਲ ਬਹੁਤਾ ਪਿਆਰ ਕਰਨ ਵਾਲਾ ਸੀ ਬਾਬਾ ਪ੍ਰਿਥੀ ਚੰਦ, ਤੇ ਵਿਖਾਵੇ ਦੇ ਰੂਪ ਵਿੱਚ ਕਈ ਜਗ੍ਹਾ ਲਿਖਿਆ ਮਿਲਦਾ ਵੀ ਵਿਖਾਵੇ ਦੇ ਰੂਪ ਵਿੱਚ ਸੇਵਾ ਵੀ ਕਰਦਾ, ਪਰ ਸੇਵਾ ਦੇ ਵਿੱਚ ਭਾਵਨਾ ਨਹੀਂ ਹੈ। ਸੇਵਾ ਵਿੱਚ ਕੇਵਲ ਤੇ ਕੇਵਲ ਆਪਣੇ ਪਿਤਾ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਹੈ ਵੀ ਮੇਰੇ ਤੇ ਖੁਸ਼ ਹੋਣ ਤੇ ਗੁਰਤਾ ਗੱਦੀ ਮੈਨੂੰ ਮਿਲ ਜਾਏ, ਬਸ। ਤੇ ਹੁਣ ਵੀ ਇਹਦੇ ਮਨ ਵਿੱਚ ਖਿਆਲ ਆਇਆ ਵੀ ਜੇ ਮੈਨੂੰ ਲਾਹੌਰ ਭੇਜ ਦਿੱਤਾ, ਉੱਥੇ ਪਤਾ ਨਹੀਂ 10 ਦਿਨ ਲੱਗਣੇ, ਮਹੀਨਾ ਲੱਗਣਾ, 2 ਮਹੀਨੇ ਲੱਗਣੇ ਨੇ, ਕਿਉਂਕਿ ਪੁਰਾਣੇ ਜਿਹੜੇ ਵਿਆਹ ਸਨ ਬੜਾ ਲੰਮਾ ਸਮਾਂ ਵਿਆਹ ਦੇ ਸਮਾਗਮ ਚੱਲਦੇ ਰਹਿੰਦੇ ਸਨ। ਤੇ ਜੇ ਬਹੁਤਾ ਸਮਾਂ ਬੀਤ ਗਿਆ, ਕਿਤੇ ਉਹ ਨਾ ਹੋਵੇ ਪਿੱਛੋਂ ਕੋਈ ਸਮਾਂ ਆਵੇ ਗੁਰਤਾ ਗੱਦੀ ਅਰਜਨ ਦੇਵ ਨੂੰ ਮਿਲ ਜਾਏ। ਇਹ ਅੰਦਰ ਦੀ ਅੰਦਰ ਇਹ ਵਿਚਾਰ ਸੋਚ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਦੇਖੋ ਮੇਰੇ ਸਿਰ ਤੇ ਬੜੀਆਂ ਜ਼ਿੰਮੇਵਾਰੀਆਂ ਨੇ। ਹੁਣ ਇਹ ਜਿਹੜਾ ਜਵਾਬ ਦੇ ਰਹੇ ਨੇ, ਇੱਥੋਂ ਪਤਾ ਲੱਗਦਾ ਵੀ ਗੁਰੂ ਤੇ ਕਿੰਨੀ ਸ਼ਰਧਾ ਜਾਂ ਗੁਰੂ ਤੇ ਕਿੰਨਾ ਭਰੋਸਾ ਹੈ। ਕਹਿੰਦਾ ਮੇਰੇ ਸਿਰ ਤੇ
ਇਹ ਨਹੀਂ ਪਤਾ ਵੀ ਉਹ ਸਾਰਾ ਪ੍ਰਬੰਧ ਗੁਰੂ ਰਾਮਦਾਸ ਮਹਾਰਾਜ ਆਪਣੀ ਕਿਰਪਾ ਨਾਲ ਹੀ ਚਲਾ ਰਹੇ ਸਨ। ਸੇਵਾਦਾਰਾਂ ਦਾ ਤਾਂ ਇੱਕ ਬਹਾਨਾ ਹੁੰਦਾ, ਨਾਲੇ ਚਲੋ ਪੁੰਨ ਬਣਦੇ ਨੇ ਸੇਵਾਦਾਰਾਂ ਦੇ ਜਦੋਂ ਉਹ ਸੇਵਾ ਕਰਦੇ ਨੇ, ਪਰ ਕਿਰਪਾ ਗੁਰੂ ਨਾਨਕ ਦੀ ਆਪ ਹੀ ਹੁੰਦੀ ਹੈ। ਇਹ ਕਹਿੰਦਾ ਜੀ ਮੇਰੇ ਕਰਕੇ ਇਹ ਸਾਰੇ ਕੰਮ ਚੱਲਦੇ ਨੇ, ਮੈਂ ਪ੍ਰਬੰਧ ਦੇਖਦਾ, ਮੈਂ ਮਾਇਆ ਦਾ ਪ੍ਰਬੰਧ ਦੇਖਦਾ ਹਾਂ, ਮੈਂ ਲੰਗਰ ਦਾ ਪ੍ਰਬੰਧ ਦੇਖਦਾ ਹਾਂ, ਆਈ ਤੇ ਗਈ ਸੰਗਤ ਦਾ ਪ੍ਰਬੰਧ ਦੇਖਦਾ ਹਾਂ, ਤੇ ਜੇ ਮੈਂ ਚਲਿਆ ਗਿਆ ਤੇ ਇਹ ਸਾਰਾ ਪ੍ਰਬੰਧ ਜਿਹੜਾ ਇਹ ਵਿਗੜ ਜਾਏਗਾ। ਪਾਤਸ਼ਾਹ ਤੁਸੀਂ ਅਰਜਨ ਦੇਵ ਵਿਹਲਾ ਹੀ ਰਹਿੰਦਾ, ਇਹਨੂੰ ਭੇਜ ਦਿਓ। ਨਾਲੇ ਇਹਨੂੰ ਪਤਾ ਕੋਈ ਨਹੀਂ, ਨਾ ਇਹਨੂੰ ਪ੍ਰਬੰਧ ਦਾ ਪਤਾ ਹੈ, ਨਾ ਇਹਨੂੰ ਸੰਗਤਾਂ ਦੀ ਸੇਵਾ ਸਤਿਕਾਰ ਦਾ ਹੀ ਪਤਾ ਹੈ। ਇਹਨੇ ਇੱਥੇ ਕਰਨਾ ਵੀ ਕੀ ਹੈ? ਇਹ ਇੱਥੇ ਵੀ ਵਿਹਲਾ ਹੈ ਤੇ ਇਹਨੇ ਵਿਆਹ 'ਚ ਵੀ ਵਿਹਲਾ ਰਹਿਣਾ, ਇਹਨੂੰ ਲਾਹੌਰ ਭੇਜ ਦਿਓ। ਹੁਣ ਦਿਲਾਂ ਦੀਆਂ ਬੁੱਝਣ ਵਾਲੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬੜੀਆਂ ਪਹਿਲਾਂ ਵੀ ਗੁਪਤ ਪਰਖਾਂ ਕਰ ਚੁੱਕੇ ਸਨ, ਪਰ ਉੱਥੇ ਵੀ ਅਰਜਨ ਦੇਵ ਜੀ ਛੋਟੇ ਸਾਹਿਬਜ਼ਾਦੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਹ ਖਰੇ ਉਤਰਦੇ ਰਹੇ, ਪੂਰੇ ਉਤਰਦੇ ਰਹੇ। ਤੇ ਗੁਰੂ ਅਰਜਨ ਦੇਵ ਮਹਾਰਾਜ ਹੁਣ ਬਾਲ ਅਵਸਥਾ ਦੇ ਵਿੱਚ ਆਪਣੇ ਪਿਤਾ ਦੇ ਪੂਰੇ ਹੁਕਮ ਦੇ ਵਿੱਚ ਰਹਿਣ ਵਾਲੇ, ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਰਜਨ ਦੇਵ ਜੀ ਨੂੰ ਬੁਲਾਇਆ, ਕਹਿਣ ਲੱਗੇ ਪੁੱਤਰ ਜੀ ਲਾਹੌਰ ਦੇ ਵਿੱਚ ਵਿਆਹ ਹੈ, ਅਸੀਂ ਉਹਨਾਂ ਨੂੰ ਜ਼ਬਾਨ ਦੇ ਚੁੱਕੇ ਹਾਂ, ਵਾਅਦਾ ਕਰ ਚੁੱਕੇ ਹਾਂ, ਤੇ ਤੁਸੀਂ ਉੱਥੇ ਵਿਆਹ 'ਤੇ ਜਾਓ। ਤੇ ਅਰਜਨ ਦੇਵ ਜੀ ਨੇ ਹੱਥ ਜੋੜ ਦਿੱਤੇ, ਕਹਿਣ ਲੱਗੇ ਗੁਰਦੇਵ ਪਿਤਾ ਜੀ ਜਿਵੇਂ ਆਪ ਜੀ ਦਾ ਹੁਕਮ, ਜਿਵੇਂ ਆਪ ਜੀ ਦਾ ਹੁਕਮ। ਬੇਟਾ ਉਮਰ ਛੋਟੀ ਹੈ, ਕੰਮ ਬੜਾ ਵੱਡਾ, ਜ਼ਿੰਮੇਵਾਰੀ ਬੜੀ ਵੱਡੀ ਹੈ, ਕਿਉਂਕਿ ਸਾਡੀ ਜਗ੍ਹਾ 'ਤੇ ਤੁਸੀਂ ਜਾ ਰਹੇ ਹੋ, ਅਸੀਂ ਆਪਣੇ ਉੱਤਰਾਧਿਕਾਰੀ ਬਣਾ ਕੇ ਤੁਹਾਨੂੰ ਉੱਥੇ ਭੇਜਦੇ ਹਾਂ। ਤੇ ਅਰਜਨ ਦੇਵ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਤੇਰੀਆਂ ਰਹਿਮਤਾਂ ਨੇ, ਬੇਸ਼ੱਕ ਸਾਡੇ ਪਿਤਾ ਜੀ ਹੋ ਪਰ ਗੁਰੂ ਹੋ, ਆਪਣਾ ਮੇਰਾ ਭਰਿਆ ਹੱਥ ਸੀਸ 'ਤੇ ਰੱਖ ਦੇਣਾ, ਜਿਵੇਂ ਆਪ ਜੀ ਦੀ ਰਜ਼ਾ ਹੋਏਗੀ ਉਵੇਂ ਕਾਰਜ ਹੋ ਜਾਣਗੇ। ਹਰ ਗੱਲ ਵਿੱਚ ਭਰੋਸਾ। ਤੇ ਪ੍ਰਿਥੀ ਚੰਦ ਦੇ ਗੱਲ ਵਿੱਚ ਕੀ ਸੀ? ਮੇਰੇ ਤੋਂ ਬਿਨਾਂ ਕੰਮ ਨਹੀਂ ਚੱਲਣਾ। ਤੇ ਗੁਰੂ ਅਰਜਨ ਦੇਵ ਮਹਾਰਾਜ ਕੀ ਕਹਿ ਰਹੇ ਨੇ? ਤੁਹਾਡਾ ਹੱਥ ਜਦੋਂ ਇਸ ਸਿਰ ਦੇ ਉੱਤੇ ਰੱਖਿਆ ਗਿਆ ਨਾ ਸੱਚੇ ਪਾਤਸ਼ਾਹ, ਸਾਰੇ ਕਾਰਜ ਤੁਹਾਡੀ ਕਿਰਪਾ ਨਾਲ ਹੀ ਹੋ ਜਾਣੇ ਨੇ। ਗੱਲ ਦੇ ਵਿੱਚ ਫਰਕ ਹੈ, ਇੱਕ ਬੰਨੇ ਭਰੋਸਾ ਝਲਕਦਾ ਹੈ, ਇੱਕ ਬੰਨੇ ਸਵਾਰਥ ਝਲਕਦਾ ਹੈ। ਖੈਰ ਜਦੋਂ ਤੁਰਨ ਲੱਗੇ ਨਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਹੁਕਮ ਕੀਤਾ, ਕਹਿਣ ਲੱਗਾ ਬੇਟਾ ਉਦੋਂ ਤੱਕ ਉੱਥੇ ਰਹਿਣਾ ਜਦੋਂ ਤੱਕ ਅਸੀਂ ਤੁਹਾਨੂੰ ਸੱਦੀਏ ਨਾ, ਆਉਣਾ ਉਦੋਂ ਹੈ ਜਦੋਂ ਅਸੀਂ ਤੁਹਾਨੂੰ ਸੱਦਾਂਗੇ। ਸੀਸ ਝੁਕਾ ਦਿੱਤਾ, ਠੀਕ ਹੈ ਸੱਚੇ ਪਾਤਸ਼ਾਹ, ਚੱਲ ਪਏ। ਲਾਹੌਰ ਚਲੇ ਗਏ, ਉੱਥੇ ਵਿਆਹ ਦੇ ਕਾਰਜ ਆਰੰਭ ਹੋਏ, ਕਈ ਸਮਾਂ ਲੱਗ ਗਿਆ, ਕਈ ਦਿਨ ਬੀਤ ਗਏ, ਵਿਆਹ ਦਾ ਸਮਾਗਮ ਹੋਇਆ ਤੇ ਵਿਆਹ ਪੂਰਾ ਵੀ ਹੋ ਗਿਆ, ਸਾਰਾ ਡੋਲੀ ਘਰ ਆ ਗਈ, ਰੰਗ ਰੌਣਕਾਂ ਜਿਹੜੀਆਂ ਉਹ ਵੀ ਹੌਲੀ 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 ਨੋਰਮਲ ਹੋਣ ਲੱਗੀਆਂ। ਜਿਹੜੇ ਰਿਸ਼ਤੇਦਾਰ ਮਹਿਮਾਨ ਆਏ ਸਨ ਉਹ ਵੀ ਮੁੜ ਗਏ, ਤੇ ਰਹਿ ਕੌਣ ਗਿਆ? ਕੇਵਲ ਗੁਰੂ ਅਰਜਨ ਦੇਵ ਜੀ। ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਗੁਰੂਦੇਵ ਪਿਤਾ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸੀ ਸਕਦੇ। ਅੱਜ ਕਈ ਮਹੀਨੇ ਹੋ ਗਏ, ਕਈ ਮਹੀਨੇ ਹੋ ਗਏ, ਔਰ ਮਨ ਵਿੱਚ ਅਰਦਾਸ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰੋ, ਕਿਰਪਾ ਕਰੋ, ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ, ਮੈਨੂੰ ਆਪਣੇ ਚਰਨਾਂ ਵਿੱਚ ਸੱਦ ਲਓ। ਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਵੱਲੋਂ, ਗੁਰੂ ਪਿਤਾ ਵੱਲੋਂ ਕੋਈ ਸੁਨੇਹਾ ਨਾ ਪਹੁੰਚਿਆ, ਤੇ ਫਿਰ ਇੱਕ ਚਿੱਠੀ ਲਿਖੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਉਹਨਾਂ ਨੇ ਚਿੱਠੀ ਕੀ ਲਿਖੀ? ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਵ ਕਰੇ ਚਾਤਰਿਕ ਕੇ ਨਿਆਈ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਮੈਂ ਇੱਕ ਘੜੀ ਵੀ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦਾ, ਮੇਰਾ ਮਨ ਬੜਾ ਲੋਚਦਾ ਹੈ ਤੇਰੇ ਦਰਸ਼ਨਾਂ ਨੂੰ, ਦੀਦਾਰਿਆਂ ਨੂੰ। ਹੁਣ ਇਹ ਚਿੱਠੀ ਇੱਕ ਸਿੱਖ ਨੂੰ ਦੇ ਕੇ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭੇਜ ਦਿੱਤਾ। ਤੇ ਜਦੋਂ ਇਹ ਚਿੱਠੀ ਆਈ ਗੁਰੂ ਦਰਬਾਰ ਵਿੱਚ, ਸੰਜੋਗ ਐਸਾ ਬਣਿਆ, ਇਹ ਚਿੱਠੀ ਮਿਲ ਗਈ ਪ੍ਰਿਥੀ ਚੰਦ ਨੂੰ।
ਹੁਣ ਪ੍ਰਿਥੀ ਚੰਦ ਨੇ ਚਿੱਠੀ ਪੜ੍ਹੀ ਹੈ ਵੀ ਇਹ ਤੇ ਅਰਜਨ ਦੇਵ ਦੀ ਚਿੱਠੀ ਹੈ। ਉਹ ਤਾਂ ਅਰਦਾਸਾਂ ਕਰਦਾ ਵੀ ਮੈਨੂੰ ਸੱਦ ਲਓ। ਹੁਣ ਇਹਨੇ ਸੋਚਿਆ ਵੀ ਜੇ ਇਹ ਚਿੱਠੀ ਗੁਰੂ ਪਿਤਾ ਕੋਲ ਪਹੁੰਚ ਗਈ ਤੇ ਗੁਰੂ ਜੀ ਨੂੰ ਚੇਤਾ ਆ ਜਾਣਾ ਵੀ ਉਹਨੂੰ ਸੱਦ ਲਈਏ। ਇਹਨੇ ਚਿੱਠੀ ਗੁਪਤ ਕਰ ਲਈ, ਗੁਪਤ ਕਰ ਲਈ। ਫਿਰ ਕੁਛ ਸਮਾਂ ਬੀਤਿਆ, ਫਿਰ ਦੂਜੀ ਚਿੱਠੀ ਆਈ, ਫਿਰ ਤੀਜੀ ਚਿੱਠੀ ਆਈ, 3 ਚਿੱਠੀਆਂ ਅਰਜਨ ਦੇਵ ਜੀ ਨੇ ਭੇਜੀਆਂ ਲਾਹੌਰ ਤੋਂ। ਤੀਜੀ ਚਿੱਠੀ ਜਦੋਂ ਭੇਜਣ ਲੱਗੇ ਨਾ, ਉਹਨਾਂ ਨੇ ਤਾਕੀਦ ਕੀਤੀ ਵੀ ਇਹ ਚਿੱਠੀ ਗੁਰੂ ਪਿਤਾ ਨੂੰ ਹੀ ਦੇਣੀ ਆ, ਹੋਰ ਨਹੀਂ ਕਿਸੇ ਨੂੰ ਦੇਣੀ। ਕਿਉਂਕਿ ਜਿਹੜਾ ਸੁਨੇਹਾ ਲੈ ਕੇ ਜਾਣ ਵਾਲਾ ਸੀ, ਚਿੱਠੀ ਲੈ ਕੇ ਜਾਣ ਵਾਲਾ ਸੀ ਨਾ, ਉਹਨੂੰ ਪੁੱਛਿਆ ਸੀ ਅਰਜਨ ਦੇਵ ਜੀ ਨੇ ਵੀ ਇਹ ਚਿੱਠੀਆਂ ਤੁਸੀਂ ਕਿਸ ਨੂੰ ਦੇ ਕੇ ਆਏ ਹੋ? ਉਹ ਕਹਿੰਦੇ ਜੀ ਅਸੀਂ ਬਾਬਾ ਪ੍ਰਿਥੀ ਚੰਦ ਜੀ ਨੂੰ ਚਿੱਠੀਆਂ ਦੇ ਆਏ ਹਾਂ। ਤੇ ਫਿਰ ਅਰਜਨ ਦੇਵ ਜੀ ਕਹਿਣ ਲੱਗੇ ਹੁਣ ਇਹ ਜਿਹੜੀ ਚਿੱਠੀ ਹੈ ਨਾ, ਇਹ ਗੁਰੂ ਪਿਤਾ ਨੂੰ ਦੇਣੀ ਆ, ਹੋਰ ਨਹੀਂ ਕਿਸੇ ਨੂੰ ਦੇਣੀ। ਔਰ ਕਿਸੇ ਨੂੰ ਇਹ ਪਤਾ ਵੀ ਨਾ ਲੱਗੇ ਵੀ ਤੁਸੀਂ ਚਿੱਠੀ ਲੈ ਕੇ ਜਾ ਰਹੇ ਹੋ ਸਕਦਾ ਹੈ ਜੇ ਕਿਸੇ ਨੂੰ ਪਤਾ ਲੱਗਿਆ ਚਿੱਠੀ ਤੁਹਾਡੇ ਕੋਈ ਹੋਰ ਫੜ ਲੈ ਔਰ ਸਤਿਗੁਰੂ ਤੱਕ ਪਹੁੰਚਣ ਹੀ ਨਾ ਦੇਵੇ। ਇਹ ਚਿੱਠੀ ਜ਼ਰੂਰ ਤੁਸੀਂ ਗੁਰੂ ਪਿਤਾ ਨੂੰ ਦੇਣੀ ਹੈ ਜਾ ਕੇ। ਦੇਖੋ ਇਹ ਹੈ ਭਰੋਸਾ। ਗੁਰੂ ਦੇ ਸਾਹਿਬਜ਼ਾਦੇ ਨੇ, ਪਰ ਜਦੋਂ ਤੱਕ ਗੁਰੂ ਨੇ ਸੱਦਿਆ ਨਹੀਂ ਮੁੜੇ ਨਹੀਂ, ਕਿਉਂਕਿ ਗੁਰੂ ਦਾ ਹੁਕਮ ਸੀ ਜਦੋਂ ਤੱਕ ਅਸੀਂ ਨਾ ਸੱਦੀਏ ਨਹੀਂ ਆਉਣਾ। ਜੇ ਕੋਈ ਅੱਜ ਕੱਲ੍ਹ ਦਾ ਪੁੱਤ ਹੁੰਦਾ ਉਹਨੇ ਕਹਿਣਾ ਸੀ ਤੂੰ ਤਾਂ ਸੱਦਣਾ ਹੀ ਨਹੀਂ, ਹੁਣ ਮੈਂ ਇੱਥੇ ਥੋੜ੍ਹੀ ਬੈਠਾ ਰਹਿਣਾ। ਪਰ ਨਹੀਂ, ਗੁਰੂ ਰਾਮਦਾਸ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੇ ਫਿਰ ਵੀ ਕਹਿੰਦੇ ਨਹੀਂ ਸੱਚੇ ਪਾਤਸ਼ਾਹ ਤੁਹਾਡਾ ਹੁਕਮ ਹੈ, ਜਦੋਂ ਤੱਕ ਮੈਂ ਨਾ ਸੱਦਾ ਤੂੰ ਨਹੀਂ ਆਉਣਾ। ਸੱਚੇ ਪਾਤਸ਼ਾਹ ਮੈਂ ਕਿਵੇਂ ਆ ਸਕਦਾ ਹਾਂ? ਤੁਹਾਡਾ ਹੁਕਮ ਹੋਵੇਗਾ ਤਾਂ ਹੀ ਮੈਂ ਮੁੜਨਾ ਹੈ ਨਾ। 2 ਪੱਤਰਕਾਵਾਂ ਭੇਜ ਦਿੱਤੀਆਂ ਨੇ ਤੇ ਮੈਨੂੰ ਸੁਨੇਹਾ ਨਹੀਂ ਆਇਆ ਬੁਲਾਵੇ ਦਾ। ਤੀਸਰੀ ਪੱਤਰਕਾ ਭੇਜ ਕੇ ਸੁਨੇਹਾ ਲੈ ਕੇ ਜਾਣ ਵਾਲੇ ਨੂੰ ਕਿਹਾ ਭਾਈ ਇਹ ਚਿੱਠੀ ਜ਼ਰੂਰ ਗੁਰੂ ਪਿਤਾ ਨੂੰ ਦੇਣੀ। ਚੱਲ ਪਿਆ। ਜਦੋਂ ਗੁਰੂ ਦਰਬਾਰ ਵਿੱਚ ਪਹੁੰਚਿਆ ਨਾ ਸਾਧ ਸੰਗਤ, ਹੁਣ ਪ੍ਰਿਥੀ ਚੰਦ ਗੌਰ ਰੱਖਦਾ ਵੀ 2 ਚਿੱਠੀਆਂ ਆਈਆਂ, ਚਿੱਠੀਆਂ ਤਾਂ ਹੋਰ ਵੀ ਆਉਣਗੀਆਂ, ਪਰ ਮੈਂ ਕੋਸ਼ਿਸ਼ ਕਰਨੀ ਹੈ ਵੀ ਹਰ ਚਿੱਠੀ ਮੇਰੇ ਤੱਕ ਪਹੁੰਚੇ, ਗੁਰੂ ਪਿਤਾ ਤੱਕ ਨਾ ਪਹੁੰਚੇ। ਹੁਣ ਇੱਧਰ ਚਿੱਠੀ ਵਾਲੇ ਨੂੰ ਅਰਜਨ ਦੇਵ ਜੀ ਨੇ ਸਮਝਾਇਆ ਹੋਇਆ ਸੀ। ਹੁਣ ਇਹ ਬਚਦਾ ਬਚਾਉਂਦਾ ਬੜੀ ਧਿਆਨ ਨਾਲ ਦੇਖਦਾ ਕਿ ਕਿਤੇ ਮੈਨੂੰ ਪ੍ਰਿਥੀ ਚੰਦ ਜੀ ਤਾਂ ਨਹੀਂ ਦੇਖਦੇ। ਜੇ ਉਹਨਾਂ ਨੇ ਦੇਖ ਲਿਆ ਤਾਂ ਮੈਨੂੰ ਉਹਨੇ ਪਹਿਚਾਣ ਲੈਣਾ ਵੀ ਇਹ ਚਿੱਠੀ ਲੈ ਕੇ ਆਉਂਦਾ। ਉਹਦੀਆਂ ਨਜ਼ਰਾਂ ਤੋਂ ਬਚ ਕੇ ਨਾ ਸੰਗਤ ਵਿੱਚ ਬਹਿ ਗਿਆ ਜਾ ਕੇ। ਦਰਬਾਰ ਲੱਗਿਆ ਹੋਇਆ, ਸਜਿਆ ਹੋਇਆ ਦਰਬਾਰ। ਤੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਨਾ, ਇਹਨੇ ਇਹ ਚਿੱਠੀ ਜਿਹੜੀ ਤੀਸਰੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਕਰ ਦਿੱਤੀ। ਪਾਤਸ਼ਾਹ ਮੈਂ ਲਾਹੌਰ ਤੋਂ ਆਇਆ ਹਾਂ ਤੇ ਅਰਜਨ ਦੇਵ ਜੀ ਨੇ ਆ ਚਿੱਠੀ ਭੇਜੀ ਹੈ। ਹੁਣ ਜਦੋਂ ਚਿੱਠੀ ਪੜ੍ਹੀ ਸ਼ਬਦ ਤੇ ਉਹਦੇ ਪਿੱਛੇ ਅੰਗ ਲਿਖਿਆ 3। 2 ਚਿੱਠੀਆਂ ਪਹਿਲਾਂ ਸੀ, 1 2 ਤੇ ਇਹ ਜਿਹੜੀ ਆਈ ਤੀਜੀ, ਇਹਦੇ ਪਿੱਛੇ ਅੰਗ ਲਿਖਿਆ 3। ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਇਹ ਚਿੱਠੀ ਪੜ੍ਹੀ ਤੇ ਅੰਗ 3 ਤੇ ਪਾਤਸ਼ਾਹ ਸਮਝ ਗਏ। ਉਹ ਤਾਂ ਦਿਲ ਦੀਆਂ ਬੁੱਝਣ ਵਾਲੇ ਸ਼ਹਿਨਸ਼ਾਹ ਸਨ। ਇੱਕ ਸੰਗਤ ਦੇ ਵਿੱਚ ਇੱਕ ਗੱਲ ਨੂੰ ਜ਼ਾਹਰ ਕਰਨਾ ਸੀ। ਕਹਿਣ ਲੱਗੇ ਬਈ ਇਹਦੇ ਉੱਤੇ ਤਾਂ ਅੰਗ 3 ਲਿਖਿਆ, ਇਹਦਾ ਮਤਲਬ ਹੈ ਤੀਜੀ ਚਿੱਠੀ ਹੈ। ਪਹਿਲੀਆਂ 2 ਚਿੱਠੀਆਂ ਕਿੱਥੇ ਨੇ? ਪੱਤਰ ਜਿਹੜਾ ਲੈ ਕੇ ਆਇਆ ਸੀ ਨਾ ਚਿੱਠੀ, ਉਹਨੂੰ ਪੁੱਛਣ ਲੱਗ ਪਏ ਪਾਤਸ਼ਾਹ। ਉਹ ਕਹਿੰਦਾ ਜੀ ਪਹਿਲੀਆਂ 2 ਚਿੱਠੀਆਂ ਵੀ ਮੈਂ ਹੀ ਲੈ ਕੇ ਆਇਆ ਸੀ। ਤਾਂ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਸਾਨੂੰ ਦਿੱਤੀਆਂ ਕਿਉਂ ਨਹੀਂ? ਕਹਿੰਦਾ ਪਾਤਸ਼ਾਹ ਉਹ ਚਿੱਠੀਆਂ ਮੈਂ ਸਾਹਿਬਜ਼ਾਦੇ ਪ੍ਰਿਥੀ ਚੰਦ ਜੀ ਨੂੰ ਮੈਂ ਫੜਾ ਦਿੱਤੀਆਂ ਸਨ। ਤੇ ਹੁਣ ਪ੍ਰਿਥੀ ਚੰਦ ਨੇ ਸੋਚਿਆ ਵੀ ਮੇਰਾ ਤਾਂ ਭੇਦ ਖੁੱਲ੍ਹ ਗਿਆ। ਸਤਿਗੁਰੂ ਕਹਿੰਦੇ ਨੇ ਪ੍ਰਿਥੀ ਚੰਦ 2 ਚਿੱਠੀਆਂ ਪਹਿਲਾਂ ਆਈਆਂ ਤੂੰ ਸਾਡੇ ਤੱਕ ਕਿਉਂ ਨਹੀਂ ਪਹੁੰਚਾਈਆਂ? ਬੜਾ ਸਮਾਂ ਹੋ ਗਿਆ ਅਰਜਨ ਨੂੰ ਉੱਥੇ ਲਾਹੌਰ ਵਿੱਚ ਰਹਿੰਦਿਆਂ ਹੋਇਆ, ਆਪਾਂ ਤਾਂ ਸੱਦਿਆ ਹੀ ਨਹੀਂ। ਹੁਣ ਪ੍ਰਿਥੀ ਚੰਦ ਇੱਧਰ ਦੀਆਂ ਉੱਧਰ ਦੀਆਂ ਲੱਗ ਗਿਆ ਮਾਰਨ। ਚੇਤਾ ਭੁੱਲ ਗਿਆ ਜੀ, ਬੜੇ ਕੰਮ ਨੇ ਜੀ, ਮੈਂ ਸੇਵਾ ਵਿੱਚ ਲੱਗਾ ਰਹਿਣਾ ਹਾਂ ਜੀ, ਬੜੇ ਬਹਾਨੇ। ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਚਿੱਠੀਆਂ ਲੈ ਕੇ ਆਓ। ਹੁਣ ਇਹ ਚਿੱਠੀਆਂ ਲੈਂਦੀਆਂ ਤੇ ਉਹ ਸ਼ਬਦ ਦੇ ਨਾਲ ਸ਼ਬਦ ਮਿਲ ਗਏ। ਆਪਾਂ ਸ਼ਬਦ ਹਜ਼ਾਰੇ ਜਦੋਂ ਪੜ੍ਹਦੇ ਹਾਂ, ਸਭ ਤੋਂ ਪਹਿਲਾਂ ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਬ ਕਰੇ ਚਾਤਰਿਕੀ ਨੇ। ਇਹ 3 ਚਿੱਠੀਆਂ ਜਿਹੜੀਆਂ ਲਾਹੌਰ ਤੋਂ ਅਰਜਨ ਦੇਵ ਜੀ ਨੇ ਲਿਖੀਆਂ।
ਤੇ ਸੁਨੇਹਾ ਭੇਜ ਦਿੱਤਾ ਇਧਰੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿ ਅਰਜਨ ਦੇਵ ਜੀ ਨੂੰ ਬੜੇ ਸਤਿਕਾਰ ਦੇ ਨਾਲ ਲਾਹੌਰ ਦੇ ਵਿੱਚੋਂ ਲੈ ਕੇ ਆਓ। ਹੁਣ ਅਰਜਨ ਦੇਵ ਜੀ ਲਾਹੌਰ ਦੇ ਵਿੱਚ ਜਦੋਂ ਉਹਨਾਂ ਨੇ ਸੁਣਿਆ ਗੁਰੂ ਨੇ, ਸਤਿਗੁਰੂ ਨੇ, ਗੁਰੂਦੇਵ ਪਿਤਾ ਨੇ ਮੈਨੂੰ ਬੁਲਾਇਆ, ਬੜੇ ਪ੍ਰਸੰਨ ਹੋਏ, ਚੱਲ ਪਏ। ਔਰ ਕਿਤੇ ਕਿਤੇ ਇਹ ਵੀ ਜ਼ਿਕਰ ਆਉਂਦਾ ਕਿ ਬਾਬਾ ਬੁੱਢਾ ਜੀ ਨੂੰ ਵੀ ਭੇਜਿਆ ਸੀ ਲੈਣ ਵਾਸਤੇ। ਖੈਰ, ਜਿਸ ਨੂੰ ਵੀ ਭੇਜਿਆ ਹੋਵੇ, ਗੁਰੂ ਰਾਮਦਾਸ ਮਹਾਰਾਜ ਜੀ ਦੇ ਬੁਲਾਵੇ ਤੇ ਅਰਜਨ ਦੇਵ ਜੀ ਲਾਹੌਰ ਤੋਂ ਚੱਲ ਕੇ ਗੁਰੂ ਦਰਬਾਰ ਵਿੱਚ ਪਹੁੰਚੇ ਨੇ। ਤੇ ਹੁਣ ਪ੍ਰਤੀ ਚੰਦ ਸੋਚਦਾ ਵੀ ਇਹ ਤਾਂ ਫੇਰ ਆ ਗਿਆ, ਮੇਰਾ ਤਾਂ ਅਜੇ ਦਾ ਹੀ ਨਹੀਂ ਲੱਗਿਆ, ਅਜੇ ਗੁਰਤਾ ਗੱਦੀ ਵਾਲੀ ਗੱਲ ਹੀ ਕੋਈ ਨਹੀਂ ਬਣੀ। ਤੇ ਮਨ ਦੇ ਵਿੱਚ ਕਿਤੇ ਨਾ ਕਿਤੇ ਸੋਚਦਾ ਵੀ ਇਹਨੂੰ ਪਾਸੇ ਹੀ ਰੱਖਿਆ ਜਾਵੇ ਗੁਰੂ ਦਰਬਾਰ ਤੋਂ ਤੇ ਚੰਗੀ ਗੱਲ ਹੈ, ਗੁਰਤਾ ਗੱਦੀ ਤਾਂ ਮੈਂ ਲੈਣੀ, ਮੈਨੂੰ ਮਿਲਣੀ ਚਾਹੀਦੀ। ਤੜਫ ਹੈ। ਸਮਾਂ ਆਪਣੀ ਚਾਲ ਚੱਲਦਾ ਰਿਹਾ। ਹੁਣ ਉਹ ਦਿਨ ਆ ਗਿਆ ਜਿੱਦਣ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਨੀ ਹੈ। ਸਾਰੀਆਂ ਤਿਆਰੀਆਂ ਹੋ ਗਈਆਂ, ਦੂਰ ਦੂਰ ਤੱਕ ਸੰਗਤਾਂ ਨੂੰ ਸੁਨੇਹੇ ਭੇਜ ਦਿੱਤੇ ਤੇ ਬਾਬਾ ਬੁੱਢਾ ਜੀ ਨੂੰ ਹੁਕਮ ਕਰ ਦਿੱਤਾ ਵੀ ਗੁਰਤਾ ਗੱਦੀ ਦੀਆਂ ਤਿਆਰੀਆਂ ਕੀਤੀਆਂ ਜਾਣ। ਜਦੋਂ ਪ੍ਰਿਥੀ ਚੰਦ ਨੂੰ ਪਤਾ ਲੱਗਾ ਕਿ ਮੇਰੇ ਛੋਟੇ ਭਰਾ ਨੂੰ ਗੁਰਤਾ ਗੱਦੀ ਮਿਲ ਰਹੀ ਹੈ, ਮੈਂ ਰਹਿ ਗਿਆ, ਕਿਉਂਕਿ ਮੋਹਰੀ ਪੁੱਤ ਜਿਹੜਾ ਹੁੰਦਾ, ਵੱਡਾ ਪੁੱਤ, ਉਹ ਅੱਗੇ ਹੁੰਦਾ। ਪਰ ਇਹ ਦੁਨਿਆਵੀ ਗੱਲ ਹੈ, ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਹੈ ਨਾ, ਵੱਡੇ ਤੇ ਛੋਟੇ ਦਾ ਕੋਈ ਫਰਕ ਨਹੀਂ, ਕਰਮਾਂ ਦਾ ਫਰਕ ਜ਼ਰੂਰ ਹੁੰਦਾ ਹੈ। ਫਲ ਕਰਮਾਂ ਨੂੰ ਲੱਗਣਾ ਹੈ, ਵੱਡਾ ਕੋਈ ਹੈ ਤਾਂ ਰਵੇ, ਕੋਈ ਗੱਲ ਨਹੀਂ, ਪਰ ਰਹਿਮਤਾਂ ਤਾਂ ਸਾਧ ਸੰਗਤ ਜਿੱਥੇ ਭਾਵਨਾ ਹੁੰਦੀ ਹੈ, ਜਿੱਥੇ ਸ਼ਰਧਾ, ਜਿੱਥੇ ਸਦਕ, ਜਿੱਥੇ ਭਰੋਸਾ ਹੁੰਦਾ, ਉੱਥੇ ਹੀ ਕਿਰਪਾ ਹੁੰਦੀ ਹੈ ਗੁਰੂ ਨਾਨਕ ਦੇ ਘਰ ਦੀ। ਤੇ ਜਦੋਂ ਰੌਲਾ ਪਾ ਲਿਆ ਨਾ ਪ੍ਰਿਥੀ ਚੰਦ ਨੇ ਵੀ ਗੁਰਤਾ ਗੱਦੀ ਦਾ ਹੱਕਦਾਰ ਤਾਂ ਮੈਂ ਹਾਂ, ਮੈਂ ਵੱਡਾ, ਇਹਨੂੰ ਕਿਉਂ ਦਿੱਤੀ ਜਾਂਦੀ ਹੈ, ਤੇ ਉੱਥੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਾ ਇੱਕ ਸ਼ਰਤ ਰੱਖ ਦਿੱਤੀ ਵੀ ਚੱਲ ਠੀਕ ਹੈ, ਜੇ ਤੂੰ ਗੁਰਤਾ ਗੱਦੀ ਲੈਣੀ ਚਾਹੁੰਦਾ, ਆਹ 3 ਸ਼ਬਦ ਲਿਖੇ ਨੇ ਅਰਜਨ ਦੇਵ ਨੇ ਲਾਹੌਰ ਤੋਂ, ਇਹ ਪੂਰੇ ਕਰ ਦੇ, ਇੱਕ ਸ਼ਬਦ ਹੋਰ ਪਾ ਕੇ ਤੂੰ ਪੂਰਾ ਕਰ ਦੇ। ਹੁਣ ਇਹਦਾ ਗੁਰਬਾਣੀ ਨਾਲ ਤਾਂ ਮਤਲਬ ਹੀ ਕੋਈ ਨਹੀਂ ਸੀ ਪ੍ਰਿਥੀ ਚੰਦ ਦਾ, ਇਹ ਪੂਰਾ ਕਿੱਥੋਂ ਕਰ ਦਿੰਦਾ। ਪਾਤਸ਼ਾਹ ਕਹਿਣ ਲੱਗੇ, ਆਖਿਰ ਸੰਗਤਾਂ ਨੂੰ ਗੁਰਬਾਣੀ ਦੇ ਨਾਲ, ਗੁਰੂ ਸਿਧਾਂਤ ਦੇ ਨਾਲ, ਗੁਰੂ ਨਾਨਕ ਦੇ ਚਰਨਾਂ ਨੂੰ ਜੋੜਨਾ ਹੈ, ਗੁਰੂ ਸੰਗਤ ਨੂੰ, ਤੇ ਤੂੰ ਆ ਗੁਰਬਾਣੀ ਅਗਲਾ ਜਿਹੜਾ ਸ਼ਬਦ ਹੈ ਪੂਰਾ ਕਰਕੇ, ਬੋਲ ਕੇ, ਲਿਖ ਕੇ ਇਹਨੂੰ ਸੰਪੂਰਨ ਕਰ ਦਿਓ। ਹੁਣ ਗੁਰਬਾਣੀ ਨੇ ਜਿਸ ਬੰਦੇ ਦਾ ਵਾਹ ਵਾਸਤਾ ਹੀ ਨਹੀਂ, ਉਹ ਕਿੱਥੋਂ ਪੂਰਾ ਕਰ ਦੇਗਾ। ਬਥੇਰਾ ਯਤਨ ਕੀਤਾ ਇੱਧਰ ਦੀਆਂ ਉੱਧਰ ਦੀਆਂ, ਪਰ ਉਹ ਸ਼ਬਦ ਨਾ ਉਚਾਰ ਸਕਿਆ। ਤੇ ਅਰਜਨ ਦੇਵ ਨੂੰ ਹੁਕਮ ਕੀਤਾ ਗੁਰੂਦੇਵ ਪਿਤਾ ਨੇ, ਬੇਟਾ ਅਰਜਨ ਦੇਵ, ਇਹ ਹੁਣ ਤੁਸੀਂ ਪੂਰਾ ਕਰਦੇ ਹੋ। ਉਹ ਰਹਿਮਤਾਂ ਤਾਂ ਬਾਦਸ਼ਾਹ ਦੀਆਂ ਸਨ ਔਰ ਭਰੋਸਾ ਸੀ, ਪਰ ਇੱਕ ਸੰਗਤ ਦੇ ਵਿੱਚ ਜਾਂ ਆਪਣੇ ਵੱਡੇ ਪੁੱਤਰ ਦਾ ਭਰਮ ਦੂਰ ਕਰਨ ਵਾਸਤੇ ਕਹਿਣ ਲੱਗੇ, ਪੁੱਤਰ ਤੂੰ ਲਿਖ। ਹੁਣ ਪਾਤਸ਼ਾਹ ਦੀਆਂ ਮਿਹਰਾਂ ਹੋਈਆਂ, ਹੁਕਮ ਹੋਇਆ, ਤੇ ਫਿਰ ਉਚਾਰਨ ਕੀਤਾ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਸ਼ਬਦ ਉਚਾਰਨ ਕਰਕੇ ਪੂਰਾ ਕਰ ਦਿੱਤਾ। ਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਦੇਖੋ ਗੁਰੂ ਨਾਨਕ ਦੇ ਸਿਧਾਂਤ ਨੂੰ ਅੱਗੇ ਜੇ ਕੋਈ ਤੋਰ ਸਕਦਾ ਤਾਂ ਅਰਜਨ ਤੋਰ ਸਕਦਾ, ਕਿਉਂਕਿ ਪਹਿਲਾਂ ਹੀ ਬਚਪਨ ਵਿੱਚ ਇਹਨਾਂ ਨੂੰ ਨਾਨਾ ਜੀ ਵੱਲੋਂ ਇਹ ਵਰ ਮਿਲ ਚੁੱਕਿਆ ਸੀ, ਦੋਹਿਤਾ ਬਾਣੀ ਕਾ ਬੋਹਿਥਾ। ਤੇ ਗੁਰਤਾ ਗੱਦੀ ਦਾ ਤਿਲਕ ਅਰਜਨ ਦੇਵ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਬਾਬਾ ਬੁੱਢਾ ਜੀ ਦੇ ਕੋਲੋਂ ਤਿਲਕ ਲਵਾਇਆ।